प्यारे दोस्तों द प्रोमिनेंट पंजाबी विच तुहाडा स्वागत है। अज असीं तुहानूं मिलाउण जा रहे हां पंजाब दे नहीं हिंदुस्तान दे वो मशहूर कलाकार पंमी बाई जी, जिन्हां ने लोक नाचां तो लैके लोक संगीत तक, लोक गायकी तक पंजाबी संगीत नूं, पंजाबी लोक नाचां नूं अंतरराष्ट्री पद्धर तक एक माण दवाया। उन्हां दे गीतां दे विच दोधा मक्की दी महक है, गन्ने दे रस दी मिठास है ते मिश्री वर्गा मिठास उन्हां दी गल्लां दे विच है। ते उन्हां ने पंजाबी लोक नाचां दे विच जिथे साडे पंजाब दे नहीं साडे पाकिस्तान दे वख-वख स्टेटां तो लोक नाचां दियां वख-वख वंनगियां नूं इंटरनेशनल लैवल ते पेश किया, उन्हां नाल जान पहचान करवाई। उत्थे उन्हां ने पंजाबी गायकी दे विच, पंजाबी लोक संगीत दे विच भी अपना वडमुला योगदान पाया। एक मिथ के तौर पर पंमी बाई होरां नूं जाणिया जांदा है, क्योंकि जिथे भी संसार दे विच, वर्ल्ड दे विच अंतरराष्ट्री पद्धर ते पंजाबी लोक गायकी दा, पंजाबी लोक साजां दा, पंजाबी लोक नाचां दा जिक्र हुंदा है, उत्थे पंमी बाई होरां दा जिहड़ा नां है वो सुनहरी अखरां दे नाल लिखिया मिलदा है। और अज सन खुशी है द प्रोमिनेंट पंजाबी दे विच असीं उस महान शख्सियत नूं तुहाडे नाल मिला रहे हां, जिन्हां ने अपनी पूरी जिंदगी लोक नाचां ते लोक संगीत, लोक गायकी नूं समर्पित कीती है। सो आओ तुहानूं मिलाउने हां पंजाब दे मशहूर कलाकार पंमी बाई होरां नाल। सब तो पहला मैनूं ये दसो कि एक सोहना सुनक्खा परमजीत सिंह सिद्धू नां दा मुंडा पंमी बाई किवें बन गया? सत्कारयोग पंजाबी भैन भरा बजुर्ग मेरिया मावां, उन्हां सारिਆਂ ਨੂੰ मैं अपने दिल ਦੀਆਂ गहराइयां चों सत श्री अकाल आखदा ਹਾਂ। ਤੇ ਉਸ ਤੋਂ ਬਾਅਦ ਤੁਹਾਡੀ ਗੱਲ ਦਾ ਜਵਾਬ ਜੋ ਤੁਸੀਂ ਮੈਨੂੰ ਪੁੱਛਿਆ ਕਿ ਮੈਂ ਇਸ ਲੀਹੇ ਕਿਵੇਂ ਤੁਰ ਪਿਆ ਜੀ। ਕਦੇ ਵੀ ਬਚਪਨ ਦੇ ਵਿੱਚ ਤੇ ਇਹ ਨਹੀਂ ਸੀ ਸੋਚਿਆ ਕਿ ਮੈਂ ਪ੍ਰੋਫੈਸ਼ਨਲ ਗਾਇਕ ਬਣੂੰਗਾ ਜਾਂ ਮੈਂ ਆਪਦੇ ਇਸ ਸਾਰੀਆਂ ਵੰਨਗੀਆਂ ਨੂੰ, ਆਪਦੀਆਂ ਲੋਕ ਕਲਾਵਾਂ ਨੂੰ, ਆਪਦੇ ਲੋਕ ਨਾਚਾਂ ਨੂੰ, ਆਪਦੇ ਲੋਕ ਸੰਗੀਤ ਨੂੰ, ਆਪਦੇ ਲੋਕ ਗੀਤਾਂ ਨੂੰ ਲੈ ਕੇ ਜਾਊਂਗਾ। ਕਿਉਂਕਿ ਇਹ ਗੱਲ ਮੈਂ ਸ਼ੁਰੂਆਤੀ ਪੀੜ੍ਹੀਆਂ 'ਚ ਹੀ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰਾ ਬਚਪਨ, ਮੇਰੇ ਵਾਲਿਦ ਸਰਦਾਰ ਪ੍ਰਤਾਪ ਸਿੰਘ ਬਾਗੀ ਫਰੀडम फाइटर सन जी। बाद ਦੇ ਵਿੱਚ ਪੋਲੀਟਿਕਸ ਦੇ ਵਿੱਚ ਵੀ ਆਏ जी। ਤੇ ਮੇਰੀ ਮਾਤਾ ਸਰਦਾਰਨੀ ਸਤਵੰਤ ਕੌਰ जी। ਉਹਨਾਂ ਦੀ ਕੁੱਖੋਂ ਮੈਂ ਜਨਮ ਲੈਤਾ ਤਾਂ ਮੈਨੂੰ ਆਪਦੀ ਗੁੜਤੀ ਦੇ ਵਿੱਚ ਸੰਗੀਤ ਮਿਲਿਆ। जी, बहुत अच्छे। ਮੇਰੇ ਫਾਦਰ ਵੀ ਉਸ ਟਾਈਮ ਦੇ ਗ੍ਰੈਜੂਏਟ ਸਨ, ਮੇਰੇ ਮਦਰ ਵੀ ਐਜੂਕੇਟਡ ਸਨ। ਜਿਸ ਪਸੌੜ ਸਕੂਲ ਦੇ ਵਿੱਚ ਉਹਨਾਂ ਨੇ ਵਿੱਦਿਆ ਤਾਲੀਮ ਹਾਸਲ ਕੀਤੀ, ਉਸ ਸਕੂਲ 'ਚ ਬੱਚਿਆਂ ਨੂੰ ਉਸ ਵਕਤ ਕਹਿੰਦੇ ਨੇ ਤਾਲੀਮ ਦੇ ਨਾਲ ਨਾਲ ਗੁਰਬਾਣੀ ਅਤੇ ਕੀਰਤਨ ਨਾਲ ਸਿਖਾਇਆ ਜਾਂਦਾ ਸੀ। ਜੀ। ਅਤੇ ਉਹ ਗੁਰਬਾਣੀ ਦੀਆਂ ਤੁਕਾਂ ਅਤੇ ਕੀਰਤਨ ਕਰਨ ਦੀ ਵੰਨਗੀ ਜੀ ਉਹ ਉਹਨਾਂ ਦੇ ਅੰਦਰ ਸੀ, ਸੁਰਾਂ ਉਹਨਾਂ ਦੇ ਅੰਦਰ ਸਨ। ਅਤੇ ਮੈਂ 9 ਮਹੀਨੇ ਉਹਨਾਂ ਸੁਰਾਂ ਦਾ ਆਨੰਦ ਮਾਂ ਦੇ ਗਰਭ ਦੇ ਵਿੱਚ ਮਾਣਿਆ। ਵੈਰੀ ਗੁੱਡ, ਬਹੁਤ ਅੱਛੇ। ਅਤੇ ਜਦੋਂ ਸੁਰਤ ਸੰਭਾਲੀ ਤਾਂ ਘਰ 'ਚ ਹਾਰਮੋਨੀਅਮ ਪਿਆ ਦੇਖਿਆ। ਬਹੁਤ। ਬਾਹਲੇ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਪੰਮੀ ਬਾਈ ਭੰਗੜੇ ਤੋਂ ਕਨਵਰਟ ਹੋ ਕੇ ਗਾਇਕੀ 'ਚ ਆਇਆ, ਪਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਸਭ ਤੋਂ ਪਹਿਲਾਂ ਗਾਇਆ ਸਕੂਲ 'ਚ 3, 4, 5ਵੀਂ ਕਲਾਸ ਤੱਕ। ਫਿਰ ਜਦੋਂ ਮੈਂ ਆਪਦੇ ਪਿੰਡ ਦੇ ਸਕੂਲ ਤੋਂ ਮਾਈਗਰੇਟ ਹੋ ਕੇ ਸੁਨਾਮ ਆਇਆ, ਮੈਂ ਤਾਂ ਪਹਿਲੀ ਵਾਰ ਭੰਗੜਾ ਉੱਥੇ ਦੇਖਿਆ। ਅੱਛਾ ਜੀ। ਭਾਜੀ ਮਨੋਹਰ ਦੀਪਕ ਹੋਣਾ ਦਾ, ਮੇਰੇ ਸਵਰਗੀ ਉਸਤਾਦ ਪਾਨਾ ਰਾਮ ਹੋਣਾ ਦਾ, ਅਤੇ 2 ਭੈਣਾਂ ਦਾ ਇਕਲੌਤਾ ਭਰਾ ਉਸ ਸਫ਼ਰ ਦੇ ਉੱਤੇ ਨਿਕਲਿਆ। ਅਤੇ ਜਦੋਂ ਮੈਂ ਸੁਨਾਮ ਸਕੂਲ ਦੇ ਵਿੱਚ ਉਸ ਭੰਗੜੇ ਨੂੰ ਵੇਖਿਆ ਤਾਂ ਮਨ 'ਚ ਖੁਆਇਸ਼ ਪੈਦਾ ਹੋਈ ਕਿ ਇਹ ਜ਼ਰੂਰ ਸਿੱਖਣਾ ਹੈ। ਅਤੇ ਫਿਰ ਇੱਕ ਉਹ ਟਾਈਮ ਆਇਆ ਜਦੋਂ ਭੰਗੜਾ ਅੱਗੇ ਲੰਘ ਗਿਆ ਅਤੇ ਗਾਇਕੀ ਪਿੱਛੇ ਰਹਿ ਗਈ। ਅਤੇ ਉਸ ਸ਼ੌਕ ਦੀ ਪੂਰਤੀ ਕਰਦਾ ਹੋਇਆ ਮੈਂ ਸਕੂਲ 'ਚੋਂ ਪਲੰਘਾ ਪੜ੍ਹਦਾ ਕਾਲਜ 'ਤੇ ਪਹੁੰਚਿਆ, ਕਾਲਜ 'ਚੋਂ ਪਲੰਘਾ ਪੜ੍ਹਦਾ ਯੂਨੀਵਰਸਿਟੀ ਪਹੁੰਚਿਆ, ਯੂਨੀਵਰਸਿਟੀ ਤੋਂ ਅੰਤਰ ਯੂਨੀਵਰਸਿਟੀ, ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ, ਇਹ ਸਾਰਾ ਕੁਛ ਮੈਂ ਸ਼ੌਕ 'ਚ ਹੀ ਕਰਦਾ ਗਿਆ ਅਤੇ ਪੜ੍ਹਦਾ ਗਿਆ। ਜੀ। ਅਤੇ ਮੈਂ ਦੱਸਣਾ ਚਾਹੁੰਦਾ IMS LLB ਡਿਪਲੋਮਾ ਇਨ ਪਬਲਿਕ ਰਿਲੇਸ਼ਨ, ਅਤੇ ਮੈਂ ਵਕਾਲਤ ਵੀ ਕੀਤੀ। ਅਤੇ ਉਸ ਤੋਂ ਬਾਅਦ ਮੈਂ ਭਾਰਤ ਸਰਕਾਰ ਦੇ ਅਦਾਰਾ ਉੱਤਰ ਖੇਤਰੀ ਸੱਭਿਆਚਾਰ ਕੇਂਦਰ ਦੇ ਵਿੱਚ ਬਤੌਰ ਪ੍ਰੋਗਰਾਮ ਡਾਇਰੈਕਟਰ, ਪ੍ਰੋਡਕਸ਼ਨ ਮੈਨੇਜਰ, ਉੱਥੇ 2 ਪੋਸਟਾਂ ਦੇ ਉੱਤੇ ਜ਼ਿੰਮੇਵਾਰੀ ਸੰਭਾਲੀ। 7 ਸਾਲ ਆਈ ਸਪੈਂਟ ਦੇਅਰ। ਅਤੇ ਉਹ 7 ਸਾਲਾਂ 'ਚ ਮੈਂ ਬਹੁਤ ਕੁਝ ਸਿੱਖਿਆ ਅਤੇ ਬੜੇ ਬੜੇ ਕਲਾਕਾਰਾਂ ਦੇ ਨਾਲ ਇੰਟਰੈਕਸ਼ਨਸ ਹੋਈਆਂ। ਅਤੇ ਮੈਂ ਬੜਾ ਵਡਭਾਗੀ ਅਤੇ ਬੜਾ ਮਾਣ ਮਹਿਸੂਸ ਕਰਦਾ ਕਿ ਮੈਂ ਉਹੋ ਜਿਹੇ ਰਿਨਾਊਂਡ ਕਲਾਕਾਰਾਂ ਦੀ ਨਾਲ ਬੈਠ ਕੇ
ਉਹਨਾਂ ਤੋਂ ਬਹੁਤ ਕੁਝ ਲਰਨ ਕੀਤਾ ਹੈਗਾ, ਜਿਨ੍ਹਾਂ ਵਿੱਚ ਮੇਰੇ ਸਵਰਗੀਆ ਭੈਣ ਨਰਿੰਦਰ ਬੀਬਾ ਜੀ, ਜਿਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਗਾਉਣਾ ਸਿਖਾਇਆ, ਸਟੇਜਾਂ ਤੇ ਚਾੜ੍ਹਿਆ, ਤੇ ਮਾਂ ਸਮਾਨ ਸਵਰਗੀਆ ਸੁਰਿੰਦਰ ਕੌਰ ਜੀ, ਸਵਰਗੀਆ ਜਗਮੋਹਨ ਕੌਰ ਜੀ, ਵੱਡੀ ਭੈਣ ਗੁਰਮੀਤ ਬਾਬਾ, ਤੇ ਉਸੇ ਤਰ੍ਹਾਂ ਬੜੇ ਬੜੇ ਮਿਊਜ਼ਿਕ ਡਾਇਰੈਕਟਰਸ ਜਿਨ੍ਹਾਂ ਦੇ ਵਿੱਚ ਸਵਰਗੀਆ ਭਾਜੀ ਜਗਜੀਤ ਸਿੰਘ ਤੇ ਖਿਆਮ ਸਾਹਿਬ, ਜਨਾਬ ਚਰਨਜੀਤ ਹੂਜਾ, ਬਹੁਤ ਸ਼ਖਸੀਅਤਾਂ ਇਸੇ ਤਰ੍ਹਾਂ ਜੁੜਦੀਆਂ ਗਈਆਂ, ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਆਪਦੇ ਉਸ ਸ਼ੌਕ ਨੂੰ, ਉਸ ਪੈਸ਼ਨ ਨੂੰ ਪ੍ਰੋਫੈਸ਼ਨ 'ਚ ਬਦਲ ਲਿਆ। ਪਰਮਜੀਤ ਸਿੱਧੂ ਤੋਂ ਪੰਮੀ ਬਾਈ ਬਣ ਗਿਆ। ਔਰ ਮੈਂ ਇਹ ਵੀ ਨਾਲ ਦੇ ਨਾਲ ਪੁੱਛਣਾ ਚਾਹੁੰਦਾ ਬਾਈ ਜੀ ਵੀ ਨਾਰਥ ਜ਼ੋਨ ਕਲਚਰ ਸੈਂਟਰ ਦੇ ਵਿੱਚ ਇੱਕ ਮਿਸ਼ਨ ਦੇ ਅਧੀਨ ਉਹ ਜਿਹੜੇ ਡਿਪਾਰਟਮੈਂਟ ਫਾਰਮ ਕੀਤੇ ਗਏ ਸੀਗੇ, ਤੇ ਉਹਦੇ ਵਿੱਚ ਤੁਸੀਂ ਨਵਾਂ ਕੀ ਕੀਤਾ, ਮਤਲਬ ਨਵਾਂ ਕੁਝ ਕਰਨ ਦੀ ਕੋਸ਼ਿਸ਼ ਕੀਤੀ ਐਜ਼ ਏ ਪ੍ਰੋਗਰਾਮ ਡਾਇਰੈਕਟਰ ਤੁਸੀਂ? ਉੱਥੇ ਦੇਖੋ, ਉੱਥੇ ਨਵਾਂ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਮੈਂ ਚਾਹੁੰਦਾ ਸੀ ਕਿ ਮੇਰੇ ਪਿੰਡਾਂ ਦੇ ਕਲਾਕਾਰਾਂ ਨੂੰ ਉਹ ਬਣਾਇਆ ਹੀ ਇਸੇ ਕਰਕੇ ਸੀ ਕਿ ਰੂਰਲ ਬੈਡ ਦੇ ਆਰਟਿਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਟੇਜਾਂ ਪ੍ਰਦਾਨ ਕੀਤੀਆਂ ਜਾਣ, ਉਹਨਾਂ ਦੀ ਇੰਟਰੈਕਸ਼ਨ ਪੈਦਾ ਕੀਤੀ ਜਾਵੇ। ਸੋ ਮੈਂ ਆਪਦੀਆਂ 6 ਦੀਆਂ 6 ਸਟੇਟਾਂ ਦੇ ਵਿੱਚ ਹੀ ਮੇਰੀ ਇਹ ਕੋਸ਼ਿਸ਼ ਰਹੀ, ਤੇ ਮੈਂ ਬਹੁਤ ਲੋਕਾਂ ਨੂੰ, ਜਿਵੇਂ ਸਾਡੇ ਸੰਗਰੂਰ ਜ਼ਿਲ੍ਹੇ ਦੇ ਚੱਠਾ ਸ਼ੇਖਵਾਂ ਦੇ ਉਹ ਬਜ਼ੁਰਗ ਜਿਹੜੇ ਉਹਨਾਂ ਜਵਾਨੀ ਵਕਤ ਮਲਵਈ ਗਿੱਧਾ ਨੱਚਦੇ ਸੀ ਹੈਂ, ਤੇ ਉਹਨੂੰ ਲੈ ਕੇ ਆਇਆ, ਪੋਕਰ ਸਿੰਘ ਉਹਨਾਂ ਨੂੰ ਝੋਟਿਆਂ ਵਾਲੀ ਤੋਂ ਲੈ ਕੇ ਆਇਆ, ਉਹਨਾਂ ਦੀ ਝੂਮਰ ਲੈ ਕੇ ਆਏ, ਮਾਸਟਰ ਹਰਭਜਨ ਉਹਨਾਂ ਨੂੰ ਗੁਰਦਾਸਪੁਰ ਤੋਂ ਲੈ ਕੇ ਆਏ। ਸੋ ਉਹ ਮੇਰੀ ਕੋਸ਼ਿਸ਼ ਸੀ ਕਿ ਪੁਰਾਣੇ ਬੰਦੇ ਹਰ ਸ਼ੋਬੇ 'ਚ, ਨਾਟ ਓਨਲੀ ਦ ਡਾਂਸਿਸ, ਹਰ ਸ਼ੋਬੇ ਦੇ ਵਿੱਚ ਉਹਨਾਂ ਨੂੰ ਬੂਸਟ ਕੀਤਾ ਜਾਵੇ, ਉਹਨਾਂ ਨੂੰ ਪਲੇਟਫਾਰਮ ਦਿੱਤਾ ਜਾਵੇ, ਤੇ ਸਾਰੀਆਂ ਸਟੇਟਾਂ 'ਚ। ਬਹੁਤ ਅੱਛੀ ਗੱਲ ਸੀ। ਔਰ ਤੁਹਾਡਾ ਮੇਨ ਮਕਸਦ ਜਿਹੜਾ ਸੀ ਵੀ ਜਿਹੜੀ ਸਾਡੇ ਵਤਨ ਦੀ ਮਿੱਟੀ ਹੈ, ਰੂਟਸ ਤੱਕ ਤੁਸੀਂ ਗਏ, ਇਹ ਬਹੁਤ ਖੂਬਸੂਰਤ ਔਰ ਬੜਾ ਵੈਲਿਊਏਬਲ ਔਰ ਮਹੱਤਵਪੂਰਨ ਕੰਮ ਜਿਹੜਾ ਤੁਸੀਂ ਕੀਤਾ। ਸੋ ਉਹ ਤੋਂ ਬਾਅਦ ਇੱਕ ਨੈਕਸਟ ਜਿਹੜਾ ਸੀ ਉਹ ਸੀ ਇੱਛਾ ਬਲ, ਜਿਹਦੇ 'ਚ ਅਸੀਂ ਪੰਜਾਬੀ ਮਾਡਰਨ ਪੋਇਟਰੀ ਨੂੰ ਲੈਤਾ, ਤੇ ਉਸ ਦੇ ਨਾਲ ਮੈਂ ਸਰਜੀਤ ਪਾਤਰ ਸਾਹਿਬ ਨੂੰ ਨਾਲ ਰੱਖਿਆ ਕਿ ਤੁਸੀਂ ਮੇਰੇ ਨਾਲ ਚੱਲੋ, ਮਤਲਬ ਕਿ ਇਹਦੇ 'ਚ ਆਪਾਂ ਪੋਇਟਰੀ ਦੀ ਸ਼ਨਾਖਤ ਕਰੀਏ ਤਾਂ ਕਿ ਕਿਹੜੇ ਕਿਹੜੇ ਪੋਇਟਸ ਨੂੰ ਗਵਾਉਣਾ ਹੈ। ਤੇ ਉਹਦੇ 'ਚ ਭਾਈ ਵੀਰ ਸਿੰਘ ਹੋਣਾ ਤੋਂ ਲੈ ਕੇ, ਮੋਹਨ ਸਿੰਘ ਤੋਂ ਲੈ ਕੇ, ਬਲੱਗਣ ਤੋਂ ਲੈ ਕੇ, ਤੇ ਹਰ ਤਰ੍ਹਾਂ ਦਾ ਕਹਿੰਦੇ ਨੇ ਜਿਹੜੀਆਂ ਉਹਦੇ 'ਚ ਵੰਨਗੀਆਂ ਨੂੰ ਜੋੜਿਆ, ਤੇ ਉਹਨੂੰ ਭਾਜੀ ਜਗਜੀਤ ਸਿੰਘ ਉਹਨਾਂ ਨੇ ਵੀ ਗਾਇਆ, ਤੇ ਉਹਨਾਂ ਨੂੰ ਸਾਡੇ ਬੜੇ ਫੇਮਸ ਬਾਲੀਵੁੱਡ ਦੇ ਆਸ਼ਾ ਭੋਸਲੇ ਜੀ ਨੇ ਵੀ ਉਸ ਦੇ ਵਿੱਚ ਗਾਇਆ, ਦਰਲਾਜ ਕੌਰ ਨੇ ਵੀ ਗਾਇਆ, ਸੁਖਮਿੰਦਰ ਜੀ ਨੇ ਵੀ ਗਾਇਆ, ਵਿਨੋਦ ਸਹਿਗਲ ਨੇ ਵੀ ਗਾਇਆ, ਕਿ ਦਾਸ ਜੋ ਤੁਹਾਡੇ ਸਾਹਮਣੇ ਬੈਠਾ ਹੈ, ਤੇ ਮੈਂ ਵੀ ਉਹਦੇ 'ਚ ਇੱਕ ਗੀਤ ਧਨੀ ਰਾਮ ਚਾਤਰਕ ਦਾ ਤੂੜੀ ਤਨਸਾ ਮਹਾੜੀ ਵਿੱਚ ਬੈਠ ਕੇ ਉਹਨਾਂ ਦੇ ਨਾਲ ਅਸੀਂ ਰਲ ਕੇ ਗਾਇਆ ਤਿੰਨਾਂ ਜਣਿਆਂ ਨੇ। ਸੋ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਮੇਰੇ 7 ਸਾਲ ਦੇ ਪੀਰੀਅਡ ਦੇ ਵਿੱਚ ਉਹ ਕੰਮ ਕਰਕੇ, ਤੇ ਮੈਂ ਉੱਥੋਂ ਰੁਖਸਤ ਹੋਇਆ, ਤੇ ਫਿਰ ਸੋਚਿਆ ਕਿ ਮਣਾ ਛੱਡ ਹੁਣ ਕੁਰਸੀ ਨੂੰ, ਕਿਉਂਕਿ ਮੈਂ ਚਾਹੁੰਦਾ ਸੀ ਕਿ ਵੀ ਮੇਰੇ ਨਾਲ ਕੁਰਸੀ ਦਾ ਮੋਹ ਹੀ ਨਾ ਚਿਮੜਿਆ ਰਹੇ, ਕਿ ਮੈਂ ਆਪਦੀ ਆਇਡੈਂਟੀਟੀ ਕਿੱਥੇ ਦਿਖਾਊਂਗਾ। ਇਹ ਤਾਂ ਸਾਰਾ ਕੁਝ ਜੋ ਕਰ ਰਿਹਾ ਮੈਂ ਆਪਦੇ ਆਰਗੇਨਾਈਜੇਸ਼ਨ ਲਈ ਕਰ ਰਿਹਾ, ਤੇ ਹੋਣਾ ਵੀ ਚਾਹੀਦਾ ਐ। ਸੋ ਮੈਂ ਉਹਦੇ 'ਚ ਇੱਕ ਆਫਿਸਰ ਸੀ, ਇੱਕ ਥਿੰਕਰ ਸੀ, ਤੇ ਇੱਕ ਐਜ਼ ਏ ਕਲਾਕਾਰ ਮੈਂ ਸੋਚਦਾ ਸੀ, ਤੇ ਮੇਰੇ ਜਿਹੜੇ ਉਸ ਟਾਈਮ ਦੇ ਉੱਤੇ ਬੌਸ ਸੀ ਉਹ ਬੜੇ ਖੁਸ਼ ਸੀ ਮੇਰੇ ਇਸ ਕੰਮ ਤੋਂ ਕਿ ਮੈਂ ਕ੍ਰੀਏਟਿਵ ਕੰਮ ਕਰਦਾ। ਤੇ ਫਿਰ ਮੈਂ ਅਲਟੀਮੇਟਲੀ ਇਹੀ ਡਿਸਾਈਡ ਕੀਤਾ ਕਿ ਮਨਾ ਤੇ ਹੁਣ ਆਪਦਾ ਕੁਛ ਕਰ। ਔਰ ਨਾਰਥ ਜ਼ੋਨ ਕਲਚਰ ਸੈਂਟਰ ਦਾ ਇਹ ਸੁਭਾਗ ਸੀਗੇ ਤੁਸੀਂ ਉਹਨਾਂ ਨੂੰ ਮਿਲੇ, ਮੈਂ ਤਾਂ ਇਹੀ ਕਹੂੰਗਾ। ਔਰ ਉਸ ਤੋਂ ਬਾਅਦ ਮੈਨੂੰ ਇਹ ਵੀ ਪਤਾ ਹੈ, ਸਾਰੀ ਪਬਲਿਕ ਜਾਣਦੀ ਹੈ, ਪੰਜਾਬ ਜਾਣਦਾ ਹੈ, ਸਾਰਾ ਵਰਲਡ ਲੈਵਲ ਤੇ ਜਾਣਦਾ ਹੈ ਕਿ ਨਾਰਥ ਜ਼ੋਨ ਕਲਚਰ ਸੈਂਟਰ ਤੋਂ ਬਾਅਦ ਵੀ ਤੁਸੀਂ ਪੁਲਿਸ ਜੁਆਇਨ ਕੀਤੀ। ਪੁਲਿਸ ਦਾ ਵੀ ਜਿਹੜਾ ਸੀ ਉਹ ਵੀ ਮੈਂ ਔਨ ਕੰਟਰੈਕਟ ਬੇਸ ਤੇ ਹੀ ਕੰਮ ਕੀਤਾ, ਨਾਟ ਰੈਗੂਲਰ EMPLOYE। ਉੱਥੇ ਮੈਂ ਸਿਰਫ 2 ਸਾਲ ਉਹਨਾਂ ਦਾ ਕੰਟੈਕਟ ਕੀਤਾ ਸੀ ਉਹਨਾਂ ਨਾਲ, ਤੇ ਉਹਦੇ 'ਚ ਮੈਂ ਰੱਖਿਆ ਸੀ ਮੈਂ ਆਪਦਾ ਕੰਮ ਸਫਰ ਨਹੀਂ ਹੋਣ ਦੇਵਾਂਗਾ। ਮੇਰੀ ਪਹਿਲੀ ਸ਼ਰਤ ਇਹ ਹੈ, ਤੇ ਮੈਂ ਤੁਹਾਡਾ ਵਿੰਗ ਐਸਟੈਬਲਿਸ਼ ਕਰ ਦੂੰਗਾ। ਮੈਂ ਪੂਰੇ ਪੰਜਾਬ ਤੋਂ ਮੁੰਡੇ ਕੁੜੀਆਂ 40 ਮੁੰਡੇ ਕੁੜੀਆਂ ਉੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਏ, ਜੋ ਅੱਜ ਵੀ ਪਰਮਾਨੈਂਟ, ਕਈ ASI ਬਣ ਗਏ, ਕੋਈ ਹੌਲਦਾਰ ਬਣ ਗਏ, ਕਨਸਟੇਬਲ ਤਾਂ ਸਾਰੇ ਹੀ ਨੇ। ਇਸ ਲੋਕ ਗਾਇਕੀ ਦੇ ਵਿੱਚ ਆਉਣ ਦਾ ਤੁਹਾਡਾ ਜਿਹੜਾ ਸਬੱਬ ਸੀ ਪ੍ਰੋਫੈਸ਼ਨਲੀ, ਉਹਦੇ ਬਾਰੇ ਖੁੱਲ੍ਹ ਕੇ ਸੱਦਣਾ ਚਾਹੁੰਦਾ। ਬਸ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਕਿ ਮੈਨੂੰ ਇਹੀ ਸੀ ਕਿ ਮੈਂ ਆਪਦਾ ਕੁਛ ਕਰਾਂ। ਮੈਂ ਕਿਉਂਕਿ ਐਜ ਏ ਐਮੇਚਿਓਰ ਆਰਟਿਸਟ, ਜਦੋਂ ਕਿ ਮੈਂ ਪ੍ਰੋਫੈਸ਼ਨਲ ਨਹੀਂ ਸੀ, ਮੈਂ ਰੇਡੀਓ ਪਾਸ ਕਰ ਬੈਠਿਆ ਸਾਂ 89 ਦੇ ਵਿੱਚ, ਤੇ ਨਰਿੰਦਰ ਬੀਬਾ ਜੀ ਦੇ ਨਾਲ ਮੈਂ ਉਹਨਾਂ ਦੇ ਸਹਿ ਕਲਾਕਾਰ ਹੋ ਕੇ ਉਹਨਾਂ ਦੇ ਨਾਲ ਗੀਤ ਗਾ ਚੁੱਕਿਆ ਸੀ। ਸੁਰਿੰਦਰ ਕੌਰ ਜੀ ਨਾਲ ਸਹਿ ਕਲਾਕਾਰ ਹੋ ਕੇ ਉਹਨਾਂ ਨਾਲ ਗੀਤ ਗਾ ਚੁੱਕਿਆ ਸੀ। ਸਟੇਜਾਂ ਦੇ ਉੱਤੇ ਜਗਮੋਹਨ ਕੌਰ ਨਾਲ ਗਾ ਚੁੱਕਿਆ ਸੀ।
ਭੈਣ ਜੀ ਗੁਰਮੀਤ ਬਾਵਾ ਨਾਲ ਗਾ ਚੁੱਕਿਆ ਸੀ ਤੇ ਮੇਰਾ ਜਿਹੜਾ ਅੰਦਰਲਾ ਮਨ ਸੀ ਉਹ ਇੰਨਾ ਕੁ ਪੱਕਾ ਹੋ ਗਿਆ ਸੀ ਕਿ ਜੇ ਮੈਂ ਐਡੇ ਐਡੇ ਰਿਨਾਊਂਡ ਤੇ ਸਥਾਪਿਤ ਕਲਾਕਾਰਾਂ ਦੇ ਨਾਲ ਖੜ ਕੇ ਗਾ ਸਕਦਾ ਤੇ ਮੂਹਰੇ ਆਡੀਅנס ਦੀਆਂ ਤਾੜੀਆਂ ਦੀ ਦਾਤ ਲੈ ਸਕਦਾ ਤੇ ਫਿਰ ਮੈਂ ਆਪਦਾ ਕਿਉਂ ਨਾ ਕੁਝ ਕਰਾਂ, ਫਿਰ ਮੈਂ ਕਰ ਸਕਦਾ। ਤੇ ਸਭ ਤੋਂ ਪਹਿਲਾਂ ਤੁਹਾਡਾ ਪ੍ਰੋਜੈਕਟ ਕਿਹੜਾ ਸੀ? ਦੇਖੋ ਜਦੋਂ ਮੈਂ 93 ਦੇ ਵਿੱਚ ਮਤਲਬ ਕਿ ਸੋਚਿਆ ਸੀ ਕਿ ਮੈਂ ਪ੍ਰੋਫੈਸ਼ਨਲ ਬਣਨਾ ਹੈ, ਸਾਲ ਕੁ ਤਾਂ ਮੈਂ ਘਰਦਿਆਂ ਨਾਲ ਘੈਂਸੋ ਘੈਂਸੀ ਹੁੰਦਾ ਰਿਹਾ। ਬਾਪੂ ਕਹਿੰਦਾ ਸੀ ਲਾਲ ਲਾਈਟ ਲੱਗੀ ਹੋਈ ਹੈ, ਕਲਾਸ 1 ਆਫੀਸਰ ਹੈ, ਗਵਰਨਮੈਂਟ ਆਫ ਇੰਡੀਆ 'ਚ ਹੈ ਤੇ ਡਾਇਰੈਕਟਰ ਵੀ ਬਣ ਜਾਏਗਾ, ਬਣ ਵੀ ਜਾਂਦਾ। ਮੇਰੇ ਤੋਂ ਜਿਹੜਾ ਮੇਰਾ ਪ੍ਰੋਗਰਾਮ ਅਫਸਰ ਸੀ ਮੇਰੇ ਅੰਡਰ ਸੀ ਉਹ ਡਾਇਰੈਕਟਰ ਵੀ ਰਿਹਾ ਨਾਰਥ ਜ਼ੋਨ ਕਲਚਰ ਸੈਂਟਰ ਦਾ, ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਕਿ ਉਹ ਮੈਂ ਨਹੀਂ ਸੀ ਕੁਰਸੀ ਦੇ ਨਾਲ ਚਿਪਕਣਾ ਚਾਹੁੰਦਾ, ਮੈਂ ਚਾਹੁੰਦਾ ਸੀ ਹਵਾ ਚੁੜਨਾ ਤੇ ਆਪਦੇ ਆਪ ਨੂੰ ਸਥਾਪਿਤ ਕਰਨਾ ਤੇ ਆਪਦਾ ਕਲਾ ਦਾ ਪੱਖ ਜੋ ਮੇਰੇ ਅੰਦਰ ਸੀ ਉਹਨੂੰ ਉਜਾਗਰ ਕਰਕੇ ਲੋਕਾਂ ਸਾਹਮਣੇ ਪੇਸ਼ ਕਰਨਾ। ਤੇ ਹੀਰ ਸਲੇਟੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਲੋਕ ਰੰਗ ਪੂਰਾ ਪੇਸ਼ ਕੀਤਾ, ਪਰ ਅੱਜ ਦੀ ਮਾਡਰਨਿਟੀ ਦੇ ਵਿੱਚ ਉਹਦਾ ਜਿਹੜਾ ਸੰਗੀਤ ਹੈ ਉਹ ਟੋਟਲ ਫਿਊਜ਼ਨ ਹੈਗਾ। ਉਹਦੇ ਵਿੱਚ ਸਾਡੇ ਫੋਕ ਇੰਸਟਰੂਮੈਂਟ ਵੀ ਵੱਜੇ ਨੇ ਤੇ ਵੈਸਟਰਨ ਵੀ ਵੱਜੇ ਨੇ। ਉਹ ਹੀਰ ਸਲੇਟੀ, ਉਹ ਹੀਰ ਸਲੇਟੀ, ਉਹ ਹੀਰ ਸਲੇਟੀ ਡੋਲੀ ਚੜ ਗਈ, ਪੇਸ਼ ਕੋਈ ਨਾ ਚੱਲੇ। ਵਾਹ, ਹੀਰ ਸਲੇਟੀ ਡੋਲੀ ਚੜ ਗਈ, ਪੇਸ਼ ਕੋਈ ਨਾ ਚੱਲੇ। ਹਾਂ, ਸੋ ਉਹ ਬਹੁਤ ਬਾ ਕਮਾਲ ਉਹਨੂੰ ਕੰਪੋਜ਼ ਕੀਤਾ। ਪਰ ਹੀਰ ਨੂੰ ਜਾਂ ਮਤਲਬ ਮਿਰਜ਼ੇ ਦੀਆਂ, ਕਿਉਂਕਿ ਲੋਕ ਫੋਕ ਧੁਨਾਂ ਨੇ ਇਹ ਫਾਰਮੇਸ਼ਨ। ਮੈਂ ਐਕਚੁਅਲੀ ਕਹਿੰਦੇ ਨੇ ਜੀ ਫੋਕ ਧੁਨਾਂ ਦੇ ਉੱਤੇ ਜ਼ਿਆਦਾ ਕੰਸਨਟਰੇਟ ਕਰਕੇ ਕੰਮ ਕਰਦਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਜਿਹੜਾ ਲੋਕ ਸੰਗੀਤ ਹੈ ਉਹਨੂੰ ਅੱਜ ਦੀ ਮਾਡਰਨਿਟੀ ਦੇ ਵਿੱਚ, ਅੱਜ ਦੇ ਸੰਗੀਤ ਦੇ ਵਿੱਚ ਲਿਬਰੇਜ ਕਰਕੇ ਕਿ ਸਾਡਾ ਯੰਗਸਟਰ ਜਿਹੜਾ ਹੈਗਾ, ਜਿਹੜਾ ਇੱਕ ਪਾਸੇ ਨੂੰ ਟਿਲਟ ਹੋਇਆ ਉਹਨੂੰ ਕੁਛ ਨਾ ਕੁਛ ਤਾਂ ਦੇਖਣ ਨੂੰ ਮਿਲੇ। ਕਿਉਂਕਿ ਦੇਖੋ ਮੇਰੀ ਕਿਸੇ ਨਾਲ ਕੋਈ ਵਿਰੋਧਤਾ ਨਹੀਂ, ਕਿਸੇ ਨਾਲ ਮੇਰੀ ਕੋਈ ਲੜਾਈ ਨਹੀਂ, ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ। ਪੰਮੀ ਬਾਈ ਆਪਦੇ ਆਪ 'ਚ ਹੀ ਖੁਦ ਆਪਦੇ ਨਾਲ ਹੀ ਕੰਪੀਟੀਸ਼ਨ ਕਰਦਾ ਹੈ ਤੇ ਮੈਂ ਚਾਹੁੰਦਾ ਕਿ ਮੈਂ ਆਪਦੀ ਲਕੀਰ ਐਡੀ ਵੱਡੀ ਖਿੱਚ ਲਾਂ ਕਿ ਤੁਰਿਆ ਜਾਂਦਾ ਇਹ ਦੇਖੇ ਵੀ ਉਹ ਕਿਹੜਾ, ਉਹ ਜਿਹੜਾ ਉਹ ਪਰਲੇ ਪਾਸੇ ਤੁਰਿਆ ਜਾਂਦਾ ਐਡੀ ਲੈਣ, ਕਿਉਂਕਿ ਮੇਰੇ ਨਾਲ ਲੋਕਾਂ ਦਾ ਕਾਫਲਾ ਬਹੁਤ ਹੈ। ਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਸ਼ੋਅ ਕੀਤੇ ਨੇ ਪੰਮੀ ਬਾਈ ਜੀ। ਇਹਦੇ ਵਿੱਚ ਇਹ ਤਾਂ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈ, ਅੰਤਰਰਾਸ਼ਟਰੀ ਪੱਧਰ ਤੇ ਮੇਲਿਆਂ ਦੇ ਵਿੱਚ ਔਰ ਨਿੱਜੀ ਫੰਕਸ਼ਨਾਂ ਦੇ ਵਿੱਚ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਜਾਂਦੇ ਹੋ, ਤੇ ਉੱਥੋਂ ਦੇ ਪ੍ਰੋਗਰਾਮਾਂ ਦੀ ਕੋਈ ਅਭੁੱਲ ਯਾਦ ਸਾਡੇ ਨਾਲ ਸਾਂਝੀ ਕਰੋ। ਦੇਖੋ ਜੀ, ਜਿਹੜੀ ਤਾਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਹੈਗੀ ਹੈ ਉਹਦੇ 'ਚ ਤਾਂ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਸ਼ੁਰੂਆਤ ਹੀ ਅੰਤਰਰਾਸ਼ਟਰੀ ਪੱਧਰ ਤੋਂ ਹੋਈ ਹੈ। ਜਿੱਦਣ ਮੈਂ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਕੁੱਦਿਆ ਸੀ, ਮੇਰਾ ਪਹਿਲਾ ਸ਼ੋਅ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਵੈਨਕੂਵਰ ਸੀ, ਹੈ ਜੀ, ਤੇ ਜਿੱਥੇ 7 ਤੋਂ 8 ਹਜ਼ਾਰ ਦੇ ਕਰੀਬ ਆਡੀਅנס ਸੀ। ਮਤਲਬ ਕਿ ਕੋਲਸੀਅਮ ਦੇ ਵਿੱਚ ਉਹ ਸ਼ੋਅ ਸੀ, ਵੱਡੇ ਅਰੀਨਾ 'ਚ, ਜਿੱਥੇ ਕਿ ਅੱਜ ਕੱਲ੍ਹ ਦਾ ਕੋਈ ਵੀ ਪੰਜਾਬੀ ਗਾਇਕ ਸ਼ੋਅ ਨਹੀਂ ਕਰਦਾ। ਸੋ ਉੱਥੇ ਲੋਕਾਂ ਨੇ ਜੋ ਮਾਣ, ਜੋ ਪਿਆਰ, ਜੋ ਖਲੂਸ ਮੈਨੂੰ ਦਿੱਤਾ ਤੇ ਉਸੇ ਨੇ ਮੈਨੂੰ ਪਿੱਛੇ ਮੁੜ ਕੇ ਨਹੀਂ ਦੇਖਣ ਦਿੱਤਾ। ਤੇ ਉਹ ਉੱਥੇ ਮੈਂ ਲਾਈਵ ਗਾਇਆ ਤੇ ਮੇਰੇ ਨਾਲ ਅੱਜ ਦੇ ਰਿਨਾਊਂਡ ਆਰਟਿਸਟ ਸਰਬਜੀਤ ਚੀਮਾ ਹੋਣਾ ਨੇ ਪਿੱਛੇ ਭੰਗੜਾ ਪਾਇਆ, ਲਾਡੀ ਹੋਣਾ ਨੇ, ਪੰਮੇ ਹੋਣਾ ਨੇ, ਉਹਨਾਂ ਦੇ ਹੋਰ 2-3 ਦੋਸਤ ਸੀ ਤੇ ਲਾਈਵ ਆਰਕੈਸਟਰਾ ਦੇ ਉੱਤੇ ਅਸੀਂ ਉਹ ਗੀਤ ਪੇਸ਼ ਕੀਤਾ ਉੱਥੇ। ਸੋ ਉਹ ਆਪਦੇ ਆਪ 'ਚ ਹੀ ਇੱਕ ਮਿਸਾਲ ਸੀ। ਮੇਰਾ ਖਿਆਲ ਹੈ ਵੀ ਜਿਹੜੀ ਪੰਜਾਬੀ ਗਾਇਕੀ ਹੈ ਉਹ ਪੰਜਾਬ ਦੇ ਕਲਚਰ ਦੇ ਅਸਲੀ ਫਲੇਵਰ ਤੋਂ ਟੁੱਟੀ ਹੈ, ਅਸਲੀ ਜ਼ਿੰਦਗੀ ਤੋਂ ਟੁੱਟੀ ਹੈ। ਪੰਜਾਬ ਦੇ ਗਾਇਕ ਅੱਜ ਡਰੱਗਜ਼ ਨੂੰ, ਹਥਿਆਰਾਂ ਨੂੰ, ਸ਼ਰਾਬ ਨੂੰ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਗਲਤ ਵੈਲਿਊਜ਼ ਨੂੰ ਪ੍ਰਮੋਟ ਕਰ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਸੋਚਦੇ? ਦੇਖੋ ਮੈਂ ਤਾਂ ਬੜੀ ਸਿੱਧੀ ਜਿਹੀ ਗੱਲ ਕਹਿਣਾ ਕਿ ਸਾਡੀ ਸਭ ਤੋਂ ਪਹਿਲਾਂ ਤਾਂ ਲੈਂਗੁਏਜ ਟੁੱਟੀ ਹੈ। ਅਸੀਂ ਆਪਦੇ ਘਰਾਂ 'ਚ ਪੰਜਾਬੀ ਬੋਲਣੀ ਛੱਡੀ ਹੈ ਤੇ ਸਾਡੇ ਮੁੰਡਿਆਂ ਨੇ ਨਾ ਲਿਟਰੇਚਰ ਪੜ੍ਹਿਆ ਤੇ ਨਾ ਉਹਨਾਂ ਨੂੰ ਸਾਹਿਤ ਦਾ ਗਿਆਨ ਹੈ ਤੇ ਨਾ ਸਾਡੇ ਪਿਛੋਕੜ ਦਾ ਗਿਆਨ ਹੈ, ਨਾ ਸਾਡੀ ਪੰਜਾਬ ਦੀ ਹਿਸਟਰੀ ਦਾ ਗਿਆਨ ਹੈ। ਤੇ ਉਹ ਜਿਹੇ ਜਿਹਾ ਉਹਨਾਂ ਨੂੰ ਪਰੋਸਿਆ ਗਿਆ ਉਹੋ ਜਿਹਾ ਉਹ ਕੰਮ ਕਰੀ ਜਾ ਰਹੇ ਨੇ, ਕਰੀ ਜਾਣ ਦਿਓ। ਇੱਥੇ ਤਾਂ ਦੇਖੋ ਇਹ ਗਲਤੀ ਸਾਡੇ ਆਵਾਮ ਦੀ ਹੈ, ਕਿਸੇ ਕਲਾਕਾਰ ਦੀ ਗਲਤੀ, ਇਹ ਲੋਕਾਂ ਦੀ ਗਲਤੀ, ਇਹ ਲੋਕਾਂ ਦੀ ਗਲਤੀ, ਸਰੋਤਿਆਂ ਦੀ ਗਲਤੀ ਹੈ। ਚਮਕੀਲੇ ਦਾ ਕੀ ਕਸੂਰ ਸੀ? ਚਮਕੀਲੇ ਦਾ ਕੋਈ ਕਸੂਰ ਨਹੀਂ ਸੀ। ਫਿਰ ਜੇ ਅਸੀਂ ਸੁਣਦੇ ਸੀ, ਉਹ ਗਾਉਂਦਾ ਸੀ। ਮੈਂ ਰੌਲਾ ਤਾਂ ਉਹੀ ਹੈ ਨਾ, ਅਸੀਂ ਆਪਦੇ ਅੱਜ ਕੀ ਚਮਕੀਲਾ ਬੰਦ ਹੋ ਗਿਆ, 4 ਗੁਣਾ ਵੱਧ ਵਿਕ ਰਹੀਆਂ ਨੇ ਕੈਸਣਾ। ਬਿਲਕੁਲ ਹੈ, ਉਹਦੀਆਂ ਤਰਜ਼ਾਂ ਦੇ ਉੱਤੇ ਸਾਡੇ ਗਾਇਕ ਗਾ ਕੇ ਆਪਦਾ ਨਾਂ ਚਮਕਾ ਰਹੇ ਨੇ। ਇਹ ਤੇ ਆਵਾਮ ਨੂੰ ਸੁਧਰਨਾ ਪੈਣਾ ਜੀ, ਲੋਕਾਂ 'ਚ ਚੇਤਨਾ ਪੈਦਾ ਕਰਨੀ ਪੈਣੀ ਹੈ। ਉਹ ਕਿਵੇਂ ਕਰਨੀ ਹੈ ਉਹ ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ, ਚੈਨਲ ਜਾਣਦੇ ਨੇ, ਮੇਰੇ ਤੋਂ ਬਿਹਤਰ ਸਰਕਾਰਾਂ ਜਾਣਦੀਆਂ ਨੇ। ਤੇ ਇਸ ਕਰਕੇ ਉਹਦੇ 'ਚ ਟੋਟੈਲਿਟੀ ਦੇ ਵਿੱਚ ਸਾਰਿਆਂ ਦੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ। ਮੇਰੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਮੈਂ ਚੰਗਾ ਗਾਵਾਂ, ਮੈਂ ਤਾਂ ਆਪਦੀ ਜ਼ਿੰਮੇਵਾਰੀ 'ਤੇ ਖੜ੍ਹਾਂ, ਮੈਂ ਤਾਂ ਉਸ ਜ਼ਿੰਮੇਵਾਰੀ ਤੋਂ ਨਾ ਭੱਜਾਂ
ਤੇ ਨਾ ਮੈਨੂੰ ਕੋਈ ਭੱਜਣ ਦੀ ਲੋੜ ਹੈ। ਮੈਂ ਤੇ ਆਪਦਾ ਕਾਫਲਾ ਜੋ ਤੋਰਿਆ ਹੋਇਆ ਹੈ, ਜੋ ਕੰਮ ਮੈਂ ਕਰ ਰਿਹਾ, ਮੈਂ ਤਾਂ ਆਪਦੀ ਮਨ ਦੀ ਸੈਟੀਸਫੈਕਸ਼ਨ ਨਾਲ ਕਰ ਰਿਹਾ ਕਿ ਮੇਰੇ ਗਾਣਿਆਂ ਨੂੰ ਸਮੁੱਚਾ ਪੰਜਾਬੀ ਵਰਗ, ਚਾਹੇ ਉਹਦੇ 'ਚ ਮੇਰੀਆਂ ਮਾਵਾਂ ਨੇ, ਮੇਰੀਆਂ ਭੈਣਾਂ ਨੇ, ਮੇਰੀਆਂ ਧੀਆਂ ਨੇ, ਹੈਂ, ਤੇ ਹਰ ਬੰਦਾ ਮੇਰਾ ਭਰਾ ਹੈ, ਮੇਰਾ ਬੱਚਾ ਹੈ, ਉਹਨੂੰ ਸੁਣਦੇ ਨੇ, ਵੇਖਦੇ ਨੇ, ਮਾਣਦੇ ਨੇ। ਪਰ ਮੈਨੂੰ ਇਹ ਅਫਸੋਸ ਹੈ ਕਿ ਸਾਡੇ ਨਵੇਂ ਲਿਰਿਕਸ ਰਾਈਟਰਸ ਜਿਹੜੇ ਮੁੰਡੇ ਆ ਰਹੇ ਨੇ, ਉਹਨਾਂ 'ਚੋਂ ਸਾਹਿਤ ਮੰਨਫੀ ਹੋ ਗਿਆ, ਉਹਨਾਂ ਦੇ ਗੀਤਾਂ 'ਚੋਂ ਸਾਹਿਤ ਮੰਨਫੀ ਹੋ ਗਿਆ ਹੈ, ਤੇ ਉਹਦੇ 'ਚ ਸਿਰਫ ਜੋੜ ਘਟਾਓ ਹੋਣ ਲੱਗ ਗਏ ਨੇ। ਕਿਹੜਾ ਵਰਡ ਕੈਚੀ ਹੈ ਉਹੀ ਗਾਇਆ ਜਾਵੇ, ਉਸੇ ਨੂੰ ਮੁੱਖ ਰੱਖਿਆ ਜਾਵੇ, ਬਾਕੀ ਚਾਹੇ ਆਲੇ ਦੁਆਲੇ ਕੁਛ ਹੈ ਚਾਹੇ ਨਹੀਂ ਹੈ, ਇੱਕ ਸ਼ਬਦ ਵਾਰੀ ਵਾਰੀ ਕੰਸਨਟਰੇਟ ਕੀਤਾ। ਸਿਰਜਣਾਤਮਕ ਗੀਤਕਾਰੀ ਨਹੀਂ ਹੈਗੀ, ਕ੍ਰੀਏਟੀਵਿਟੀ ਖਤਮ ਹੋ ਗਈ ਹੈ। ਬਹੁਤ ਘੱਟ ਪੁਰਾਣੇ ਗੀਤਕਾਰਾਂ 'ਚੋਂ ਗੀਤਕਾਰ ਨੇ ਜਿਹੜੇ ਬਹੁਤ ਉਮਦਾ, ਬਹੁਤ ਖੂਬਸੂਰਤ, ਬਹੁਤ ਅੱਛਾ ਲਿਖਦੇ ਨੇ, ਤੇ ਮੈਨੂੰ ਉਹ ਜਿਹੇ ਲੋਕਾਂ ਦੇ ਗੀਤ ਗਾ ਕੇ ਮਜ਼ਾ ਵੀ ਬਹੁਤ ਆਉਂਦਾ ਤੇ ਮੈਂ ਗਾਉਂਦਾ ਵੀ ਹਾਂ, ਨਿੱਠ ਕੇ ਗਾਉਣਾ। ਔਰ ਅਸੀਂ ਆਸ ਵੀ ਕਰਾਂਗੇ ਤੁਸੀਂ ਬਹੁਤ ਵਧੀਆ ਗੀਤ, ਸਾਫ ਸੁਥਰੇ ਸਾਹਿਤਕ ਗੀਤ ਵੀ ਗਾਓ। ਤੇ ਮੈਂ ਦੇਖੋ, ਕਾਰਨ ਇਹ ਹੈਗਾ ਕਿ ਮੈਂ ਆਪਦੇ ਢੰਗ ਨਾਲ, ਜੇ ਮੈਂ ਅੱਜ ਕਹਾਂ ਕਿ ਧਨੀ ਰਾਮ ਚਾਤਰਕ ਤੋਂ ਵੱਡਾ ਸਾਹਿਤਕਾਰ ਕੋਈ ਨਹੀਂ ਸੀ, ਤੇ ਮੈਂ ਤਾਂ ਉਹਦਾ ਵੀ ਗਾਣਾ ਗਾਇਆ ਹੈ ਜੀ। ਹੁਣ ਕੌਣ ਬੰਦਾ ਇੱਕ ਉਸ ਟਾਈਮ ਦਾ ਮਹਾਜਨ ਬੰਦਾ ਇਹ ਗੱਲ ਲਿਖ ਦੂਗਾ, ਓਏ ਤੂੜੀ ਤੰਦ ਸਾਮਹਾੜੀ ਵਿੱਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਚੇ ਮਾਰ ਬੰਜਲੀ ਆਨੰਦ ਛਾ ਗਿਆ, ਕੱਚੇ ਮਾਰ ਬੰਜਲੀ ਆਨੰਦ ਛਾ ਗਿਆ, ਮਾਰਦਾ ਓਏ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ। ਹੁਣ ਦੇਖੋ ਇਹ ਸਾਹਿਤਕ ਨਹੀਂ ਹੋਰ ਕੀ ਹੈ? ਬਿਲਕੁਲ ਸਾਹਿਤਕ ਹੈ ਜੀ, 100% ਸਾਹਿਤਕ ਹੈ, ਔਰ ਉਹ ਗਾਇਆ ਵੀ ਬਹੁਤ ਅੱਛਾ ਹੈ। ਔਰ ਪੰਜਾਬ ਦਾ ਸਾਡਾ ਇਹ ਮਸ਼ਹੂਰ ਗੀਤ ਹੈ ਚਾਤਰਿਕ ਸਾਹਿਬ ਦਾ। ਤੁਹਾਡੇ ਗੀਤਾਂ ਦਾ ਜਿਹੜਾ ਟ੍ਰੈਡੀਸ਼ਨਲ ਰੰਗ ਹੈ, ਠੀਕ ਹੈ ਨਾ, ਫੋਕ ਹੈ, ਉਹ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਜਿਵੇਂ ਪੰਜਾਬੀ ਫਿਲਮਾਂ ਵੀ ਪਿੱਛੇ ਜੇ ਬਹੁਤ ਸਾਰੀਆਂ ਬਣੀਆਂ ਨੇ ਜਿਹਦਾ ਪੁਰਾਣਾ ਪੰਜਾਬ ਆਪਣਾ 1960 ਵਾਲਾ 1947 ਤੋਂ ਪਹਿਲਾਂ ਦਾ ਹੀ ਪੰਜਾਬ ਦਿਖਾ ਰਹੇ ਨੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਪੰਮੀ ਬਾਈ ਜੀ, ਤੁਹਾਡਾ ਵੀ ਕੰਮ ਇਹ ਬਹੁਤ ਜ਼ਿਆਦਾ ਪਸੰਦ ਕੀਤਾ ਜਾਊਗਾ। ਪੰਜਾਬ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਮਤਲਬ ਪੰਜਾਬੀ ਬੋਲੀ ਬਾਰੇ ਬਹੁਤ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਪੰਜਾਬੀ ਨੂੰ ਲਾਗੂ ਕਰੋ, ਪੰਜਾਬੀ ਨੂੰ ਇਸ ਤਰ੍ਹਾਂ ਦੇ ਕਾਨੂੰਨ ਬਣਾਓ ਕਿ ਜਿਹੜਾ ਪੰਜਾਬੀ ਨਹੀਂ ਲਿਖਦਾ ਜਾਂ ਪੜ੍ਹਦਾ ਦਫ਼ਤਰਾਂ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਾਂ ਹੋਰ ਵੀ, ਉਹਨਾਂ ਨੂੰ ਸਜ਼ਾ ਦੀ ਪ੍ਰੋਵੀਜ਼ਨ ਵੀ ਕੀਤੀ ਗਈ ਹੈ। ਔਰ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਵੀ ਬੰਦ ਕੀਤੇ ਜਾ ਰਹੇ ਨੇ ਵੀ ਪੰਜਾਬੀ ਲੋਕ ਨੇ ਜਿਹੜੇ ਉਸ ਸਰਕਾਰੀ ਸਕੂਲਾਂ 'ਚ, ਪੰਜਾਬੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਪੜ੍ਹਾ ਰਹੇ। ਅਤੇ ਅੱਜ ਦੇ ਇਸ ਦੌਰ ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਪੰਜਾਬੀ ਮਾਂ ਬੋਲੀ ਨਾਲ ਟੁੱਟ ਕੇ, ਪੰਜਾਬੀ ਭਾਸ਼ਾ ਨਾਲ ਟੁੱਟ ਕੇ ਉਹ ਕੀ ਬਣਨਾ ਚਾਹੁੰਦੇ ਆ ਜਾਂ ਕੀ ਪ੍ਰਾਪਤ ਕਰਨਾ ਚਾਹੁੰਦੇ ਆ? ਦੋ ਗੱਲਾਂ ਇਹਦੇ 'ਚ ਦੱਸਣਾ ਚਾਹੁੰਦਾ ਕਿ ਸਾਡੀ ਬਦਕਿਸਮਤੀ ਹੈ ਪੰਜਾਬ ਦੀ, ਕਿ ਅਸੀਂ ਆਪਦੀ ਬੋਲੀ ਖੁਦ ਛੱਡ ਰਹੇ ਹਾਂ ਬੋਲਣੀ ਜੀ। ਸਾਡੀ ਦੇ ਵਿੱਚ ਮੈਂ ਕਿਸੇ ਬੋਲੀ ਦੇ ਅਗੇਂਸਟ ਨਹੀਂ, ਮੈਂ ਕਹਿੰਦਾ ਕਿ ਵੱਧ ਤੋਂ ਵੱਧ ਬੋਲੀਆਂ ਲੋਕਾਂ ਨੂੰ ਸਿੱਖਣੀਆਂ ਚਾਹੀਦੀਆਂ ਨੇ। ਅੰਗਰੇਜ਼ੀ ਵੀ ਸਿੱਖੋ, ਜਰਮਨ ਵੀ ਸਿੱਖੋ, ਫਰੈਂਚ ਵੀ ਸਿੱਖੋ, ਰਸ਼ੀਅਨ ਵੀ ਸਿੱਖੋ, ਚਾਈਨੀਜ਼ ਵੀ ਸਿੱਖੋ, ਸਿੱਖਣ 'ਚ ਕੋਈ ਫਰਕ ਨਹੀਂ ਪੈਂਦਾ। ਤੇ ਅਸੀਂ ਵੀ ਚਾਈਨਾ ਗਏ ਸੀ, ਅਸੀਂ ਵੀ ਟੁੱਟੀ ਫੁੱਟੀ ਚਾਈਨੀਜ਼ ਬੋਲਣ ਲੱਗ ਗਏ ਸੀ, ਤੇ ਮੈਂ ਵੀ ਚਾਈਨੀਜ਼ ਦੇ ਵਿੱਚ ਗਾਇਆ, ਵਾਸ਼ਿੰਗਾਬਾਓ ਸ਼ਿੰਗਾਬੋ, ਲਾਈ ਲਾਮਾ ਪਾਓ, ਲਾਈਜ਼ ਲਾਮਾ ਪਾਓ। ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ, ਨਿਹਾਓ, ਅਸੀਂ ਜਿਹੜੀਆਂ ਉੱਥੋਂ ਦੀ ਰੋਜ਼ਮਰਾ ਦੀਆਂ ਚੀਜ਼ਾਂ ਸੀ ਉਹ ਸਿੱਖੀਆਂ ਨੇ। ਅਤੇ ਸਾਡੇ ਜਦੋਂ ਇੱਥੋਂ ਦੇ ਬਜ਼ੁਰਗ ਬਰਮਾ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਜਾਂਦੇ ਸੀ 47 ਤੋਂ ਪਹਿਲਾਂ, ਅਤੇ ਉਹ ਜਾ ਕੇ ਅੰਗਰੇਜ਼ੀ ਸਿੱਖ ਲੈਂਦੇ ਸੀ, ਹੈ ਜੀ, ਅਤੇ ਅਨਪੜ੍ਹ ਬੰਦੇ ਹੁੰਦੇ ਸੀ, ਹੈ। ਸੋ ਇਸ ਕਰਕੇ ਨਹੀਂ, ਸਿੱਖਣਾ ਕੋਈ ਗੁਨਾਹ ਨਹੀਂ, ਪਰ ਸਾਡੀ ਮਾਤ ਭਾਸ਼ਾ ਹੈ, ਸਾਡੀ ਮਾਤ ਭਾਸ਼ਾ ਨੂੰ ਸਾਡੀ ਅਫਸਰਸ਼ਾਹੀ ਨੇ ਮਾਰ ਦਿੱਤਾ ਹੈ। 1969 ਦੇ ਵਿੱਚ ਲਛਮਣ ਸਿੰਘ ਗਿੱਲ ਇੱਕ ਇਹੋ ਜਿਹਾ ਮੁੱਖ ਮੰਤਰੀ ਬਣਿਆ ਸੀ ਜਿਹਨੇ ਦੋ ਕੰਮ ਕੀਤੇ ਸੀ ਕਿ ਪੰਜਾਬ ਦੀ ਭਾਸ਼ਾ ਪੰਜਾਬੀ ਹੋਊਗੀ। ਪਰ 1969 ਤੋਂ ਕਿੰਨੀਆਂ ਸਰਕਾਰਾਂ ਆ ਲਈਆਂ ਨੇ, ਕਿਸੇ ਨੇ ਲੈਂਗੁਏਜ ਦੇ ਉੱਤੇ ਖਿਆਲ ਨਹੀਂ ਕੀਤਾ, ਕਿਸੇ ਨੇ ਲੈਂਗੁਏਜ ਨੂੰ ਉਸ ਪੱਧਰ ਦੇ ਉੱਤੇ ਨਹੀਂ ਗਿਣਿਆ। ਅਤੇ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਅਸੀਂ ਬੰਗਾਲ 'ਚ ਜਾਂਦੇ ਹਾਂ ਅਤੇ ਲੋਕ ਬੰਗਾਲੀ ਬੋਲਦੇ ਨੇ, ਉਹਨਾਂ ਦੇ ਹੋਰਡਿੰਗਾਂ ਦੇ ਉੱਤੇ ਬੰਗਾਲੀ ਲਿਖੀ ਹੈ। ਅਸੀਂ ਸਾਊਥ 'ਚ ਜਾਂਦੇ ਹਾਂ, ਉੱਥੇ ਸਾਊਥ ਉਹ ਆਪਦੀ ਭਾਸ਼ਾ ਤੇਲਗੂ ਬੋਲਦੇ ਨੇ, ਹੈ, ਅਤੇ ਉੱਥੇ ਉਹਨਾਂ ਦੇ ਜਿੰਨੇ ਹੋਰਡਿੰਗਸ ਨੇ ਉਹਨਾਂ ਦੀ ਲੈਂਗੁਏਜ ਲਿਖੇ ਨੇ, ਨੋ ਅੰਗਰੇਜ਼ੀ ਨੋ ਹਿੰਦੀ। ਸਾਡੀ ਬਦਕਿਸਮਤੀ ਪੰਜਾਬ ਦੀ ਕਹਿ ਲਓ ਕਿ ਅਸੀਂ ਪਤਾ ਨਹੀਂ ਕਿਹੜੇ ਜਹਾਜ਼ ਚੜ੍ਹਨਾ ਹੈ, ਅਤੇ ਅਸੀਂ ਆਪਦੀ ਮਾਂ ਭਾਸ਼ਾ ਨੂੰ ਛੱਡ ਕੇ ਉਹਦੇ 'ਚ ਬੋਲਣ ਨੂੰ ਤਰਤੀਬ ਨਹੀਂ ਦਿੰਦੇ ਹੈਗੇ। ਅਤੇ ਮੈਂ ਕਹਿੰਦਾ ਵੀ ਮੇਰੀ ਪਰਸਨੈਲਿਟੀ 'ਚ ਫਰਕ ਪੈਂਦਾ। ਮੈਂ ਇੱਕ ਸਕੂਲ 'ਚ ਗਿਆ ਪਿੱਛੇ ਜੇ, ਕਹਿੰਦੇ ਨੇ
ਕਨਵੈਂਟ ਸਕੂਲ ਸੀ ਤੇ ਉੱਥੇ ਮੂਹਰੇ ਵਿਚਾਰੇ ਪਿੰਡਾਂ ਦੇ ਲੋਕ ਬੈਠੇ, ਉਹਨਾਂ ਦੇ ਪੇਰੈਂਟਸ ਬੈਠੇ ਜਿਨ੍ਹਾਂ ਦੇ ਅੰਗਰੇਜ਼ੀ ਉੱਤੋਂ ਦੀ ਲੰਘ ਰਹੀ ਸੀ, ਡੈਸ਼ ਤੋਂ ਅੰਗਰੇਜ਼ੀ ਬੋਲੀ ਜਾ ਰਹੀ ਸੀ, ਬੱਚਿਆਂ ਤੋਂ ਅੰਗਰੇਜ਼ੀ ਬੁਲਾਈ ਜਾ ਰਹੀ ਸੀ। ਤੇ ਜਦੋਂ ਮੈਂ ਮੁੱਖ ਮਹਿਮਾਨ ਦੇ ਤੌਰ ਤੇ ਗਿਆ ਸੀ, ਜਦੋਂ ਮੇਰੀ ਵਾਰੀ ਆਈ ਤੇ ਮੈਂ ਉਹਨਾਂ ਨੂੰ ਅੰਗਰੇਜ਼ੀ ਬੋਲ ਕੇ ਵੀ ਦਿਖਾਈ ਤੇ ਮੈਂ ਥੋੜ੍ਹੀ ਦੇਰ ਮਗਰੋਂ ਰੁਕ ਗਿਆ। ਮੈਂ ਕਿਹਾ ਮੈਂ ਇਸ ਲਈ ਬੋਲੀ ਹੈ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਅਨਪੜ੍ਹ ਹਾਂ, ਹੈਂ, ਪਰ ਮੈਨੂੰ ਆਪਣੀ ਮਾਂ ਬੋਲੀ ਬੋਲ ਕੇ ਬਹੁਤ ਸਕੂਨ ਮਿਲਦਾ ਹੈ। ਤੇ ਮੈਂ ਅੰਗਰੇਜ਼ੀ ਬੋਲ ਲੈਣਾ, ਮੈਂ ਅੰਗਰੇਜ਼ਾਂ 'ਚ ਬੋਲ ਲੈਣਾ, ਮੈਂ ਪੰਜਾਬੀਆਂ 'ਚ ਜੇ ਬੋਲਦਾ ਤਾਂ ਮੈਂ ਗਲਤ ਬੋਲ ਕੇ ਜਾਣ ਕੇ ਗਲਤ ਬੋਲਦਾ, ਸ਼ਰਮ ਮਹਿਸੂਸ ਕਰਨਾ ਹੈ। ਤੇ ਇਸ ਕਰਕੇ ਕਹਿੰਦੇ ਨੇ ਜਿਹੜਾ ਹੈਗਾ ਕਿ ਅੰਗਰੇਜ਼ੀ ਜਿਹੜੀ ਹੈਗੀ ਆ, ਅੰਗਰੇਜ਼ੀ ਸਿੱਖਣੀ ਜਾਂ ਬੋਲਣੀ ਜਿੱਥੇ ਤੁਹਾਡਾ ਨਹੀਂ ਸਰਦਾ, ਤੁਸੀਂ ਕਿਤੇ ਬਾਹਰ ਗੋਰਿਆਂ 'ਚ ਬੈਠੇ ਹੋ, ਬੋਲੋ। ਉੱਥੇ ਤੁਸੀਂ ਪੰਜਾਬੀ 'ਚ ਤਾਂ ਗੱਲ ਨਹੀਂ ਕਰ ਸਕਦੇ ਉਹਨਾਂ ਨਾਲ, ਆਪਣੀ ਗੱਲ ਕਨਵੇ ਕਰਨੀ ਹੈ ਤੁਸੀਂ। ਇੰਟਰਨੈਸ਼ਨਲ ਲੈਂਗੁਏਜ ਬਣ ਗਈ ਹੈ ਸਾਡੀ। ਪਰ ਜੇ ਅਸੀਂ ਚਾਈਨਾ 'ਚ ਜਾਂਦੇ ਹਾਂ ਤਾਂ ਮੂਹਰੋਂ ਸਾਡੇ ਚਾਈਨੀ ਬੋਲਦੇ ਨੇ, ਰਸ਼ੀਆ 'ਚ ਜਾਂਦੇ ਹਾਂ ਤਾਂ ਮੂਹਰੋਂ ਰਸ਼ੀਅਨ ਬੋਲਦੇ ਨੇ, ਜਰਮਨ 'ਚ ਜਾਂਦੇ ਹਾਂ ਤਾਂ ਮੂਹਰੋਂ ਜਰਮਨ ਬੋਲਦੇ ਨੇ, ਹੈਂ। ਸੋ ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਤੇ ਸਾਨੂੰ ਆਪਦੇ ਦਫ਼ਤਰਾਂ ਦੀ ਭਾਸ਼ਾ, ਸਾਨੂੰ ਆਪਦੇ ਕੋਰਟਾਂ ਦੀ ਭਾਸ਼ਾ, ਸਾਡਾ ਇੱਕ ਕਾਨੂੰਨ ਜਿਹੜਾ ਹੈਗਾ ਉਹਦੇ ਜਿਹੜੇ ਫੈਸਲੇ ਨੇ ਉਹ ਨਹੀਂ ਪੰਜਾਬੀ 'ਚ ਮਿਲਦੇ ਸਾਡੇ ਲੋਕਾਂ ਨੂੰ। ਤਾਂ ਹੁਣ ਇੱਕ ਅਨਪੜ੍ਹ ਬੰਦਾ ਉੱਥੇ ਅਦਾਲਤ 'ਚ ਜਾਂਦਾ ਹੈ ਤੇ ਉਹਨੂੰ ਨਹੀਂ ਪਤਾ ਕਿ ਮੇਰੇ ਮੂਹਰੇ ਕੀ ਰੱਖਤਾ ਇਹਨਾਂ ਨੇ। ਸੋ ਇਸ ਕਰਕੇ ਇਹ ਇੱਕ ਸਾਡਾ ਅਧਿਕਾਰ ਹੈ ਸੰਵਿਧਾਨਕ ਤੌਰ 'ਤੇ ਵੀ ਕਿ ਸਾਨੂੰ ਸਾਡੀ ਮਾਤ ਭਾਸ਼ਾ ਦੇ ਵਿੱਚ ਉਹ ਚੀਜ਼ ਕਹੀ ਜਾਵੇ ਤੇ ਉਹਦੇ 'ਚ ਅਸੀਂ ਦੱਸੀਏ। ਸੋ ਮਾਤ ਭਾਸ਼ਾ ਜਿਹੜੀ ਹੈਗੀ ਆ ਉਹ ਸਭ ਤੋਂ ਉੱਚੀ ਜ਼ੁਬਾਨ ਹੈ। ਤੇ ਜਿਹੜਾ ਬੱਚਾ ਅਸੀਂ ਤੇ ਮੈਂ ਤਾਂ ਉਹ ਊੜਾ ਆੜਾ ਹੀ ਸਿੱਖਿਆ 5ਵੀਂ ਤੱਕ, ਮੈਂ ਤਾਂ 6ਵੀਂ 'ਚ ਆ ਕੇ ABC ਸਿੱਖੀ ਹੈ ਤੇ ਪਰ ਫਿਰ ਵੀ ਮੈਂ ਵਧੀਆ ਬੋਲ ਲੈਣਾ। ਪਰ ਮੈਨੂੰ ਤਾਂ ਮਾਣ ਹੈ ਆਪਦੀ ਮਾਂ ਬੋਲੀ ਤੇ ਮੈਂ ਤਾਂ ਆਪਦੀ ਮਾਂ ਬੋਲੀ 'ਚ ਹੀ ਕੰਮ ਕਰ ਰਿਹਾ ਹੈ ਤੇ ਮਾਂ ਬੋਲੀ ਦੀ ਪ੍ਰਚਾਰ ਪ੍ਰਸਾਰ ਲਈ ਪੂਰੀ ਦੁਨੀਆ 'ਚ ਕੰਮ ਕਰਦਾ ਹੈ। ਤੇ ਬਾਕੀ ਜਿਹੜਾ ਹੈਗਾ ਲੈਂਗੁਏਜਾਂ ਬੋਲਣੀਆਂ ਕੋਈ ਗੁਨਾਹ ਨਹੀਂ, ਪਰ ਤੁਹਾਨੂੰ ਤੁਹਾਡੀ ਮਾਂ ਬੋਲੀ ਜਦੋਂ ਆ ਗਈ ਨਾ ਤੇ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਨੂੰ ਸਿੱਖੀ ਜਾਓ, ਸਾਰੀਆਂ ਸੌਖੇ ਲੱਗਦੇ, ਸੋਹਣੀਆਂ ਲੱਗਦੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਪੰਮੀ ਬਾਈ ਜੀ। ਸੋ ਅੱਜ ਦਾ ਐਪੀਸੋਡ ਇੱਥੇ ਖਤਮ ਕਰਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਮਿਲਾਵਾਂਗੇ ਕਿਸੇ ਹੋਰ ਮਹੱਤਵਪੂਰਨ ਪ੍ਰੋਮੀਨੈਂਟ ਪੰਜਾਬੀ ਨਾਲ। ਤੁਸੀਂ ਦੇਖਦੇ ਰਹੋ ਪ੍ਰੋਗਰਾਮ ਪ੍ਰੋਮੀਨੈਂਟ ਪੰਜਾਬੀ। ਮੈਨੂੰ ਅਵਤਾਰ ਜੀ ਟਟਵਾਲ ਨੂੰ ਦਿਓ ਇਜਾਜ਼ਤ।